ਖੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਸੰਗੀ ਅਹਿਮਦ ਲਤੀਫ ਤੇ ਅੱਜ ਸਾਡੇ ਨਾਲ ਮੌਜੂਦ ਨੇ ਗੁਲਾਮ ਮੁਰਤਜ਼ਾ ਇੱਕ ਸੀਨੀਅਰ ਸਾਫੀ ਹੈਗੇ ਨੇ ਔਰ ਡੂੰਘੀਆਂ ਗੱਲਾਂ ਕਰਦੇ ਨੇ। ਦਰਦਮੰਦੀ ਜ਼ਾਹਿਰ ਹੈ ਕੁੱਟ ਕੇ ਭਰੀ ਹੈ ਤੇ ਗੁਜਰਾਂਵਾਲੇ ਤੋਂ ਉਹ ਮਾਝੇ ਦਾ ਇਲਾਕਾ ਉਹ ਛੱਡ ਕੇ ਇੱਥੇ ਆ ਗਏ ਇਸਲਾਮਾਬਾਦ। ਕੁਝ ਲੋਕ ਕੂਫਾ ਕਹਿੰਦੇ ਨੇ ਤੇ ਕੁਝ ਹੋਰ ਗੱਲਾਂ ਕਰਦੇ ਨੇ। ਅਸੀਂ ਅੱਜ ਇਹਨਾਂ ਨਾਲ ਹੋਰ ਗੱਲਾਂ ਕਰਾਂਗੇ। ਗੁਲਾਮ ਮੁਰਤਜ਼ਾ ਸਾਹਿਬ, ਤੁਹਾਨੂੰ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ। ਕੁਝ ਗੱਲਾਂ ਅਸਾਂ ਕਰਨੀਆਂ ਨੇ। ਇੱਕ ਤੇ ਡਾਟਾਗਰਦੀ ਦੀ ਗੱਲ ਕਰਨੀ ਹੈ, ਦੂਜੀ ਗੱਲ ਕਰਨੀ ਹੈ ਜਿਹੜਾ ਨਵੇਂ ਜਰਕਾਣ ਦੀ ਗੱਲ ਹੋ ਰਹੀ ਹੈ। ਨਵੇਂ ਸਿਰੋਂ ਸਾਨੂੰ ਡਰਾਈ ਜਾ ਰਹੇ ਨੇ, ਕਰੋਨਾ ਹੈ ਨਹੀਂ ਹੈ, ਕਿੱਥੇ ਗਿਆ, ਹੁਣ ਕੀ ਹੈ, ਨਵਾਂ ਕਿਹੜਾ ਉਹਦੀ ਸ਼ਕਲ ਜਿਹੜੀ ਬਣ ਕੇ ਆ ਗਈ ਹੈ। ਇੱਕ ਤੇ ਦੂਜੀ ਅਸਾਂ ਗੱਲ ਕਰਨੀ ਹੈ, ਇਹ ਜਿਹੜਾ ਇੱਕ ਨਵੀਂ ਗੱਲ ਹੈ ਉਹ ਹੈ ਫੈਜ਼ ਰਸਾਨੀ ਜਾਂ ਜ਼ਰ ਰਸਾਨੀ ਫੈਜ਼ ਦੇ ਨਾਲ ਟੁਰ ਗਈ। ਹੁਣ ਨਦੀਮ ਦਾ ਜ਼ਮਾਨਾ ਹੈਗਾ। ਨਦੀਮ ਦੇ ਜ਼ਮਾਨੇ 'ਚ ਕਿਆ ਸਿਆਸਤ 'ਚ ਮੁਦਾਖਲਤ ਦਾ ਬਾਬ ਬੰਦ ਹੋ ਗਿਆ? ਇਹ ਗੱਲਾਂ ਅਸੀਂ ਤਿੰਨ ਕਰਨੀਆਂ ਨੇ। ਪਹਿਲਾਂ ਅਸੀਂ ਗੱਲ ਕਰਨੇ ਆ ਡਾਟਾਗਰਦੀ ਦੀ। ਇਹ ਕੀ ਹੈ? ਇਹ IB ਲੀਕ ਸੇ ਵੇਚਿਆ ਗਿਆ ਡਾਟਾ ਜਾਂ ਚੋਰੀ ਹੋ ਗਿਆ ਹੈ? ਹੋਇਆ ਕੀ ਹੈ? ਬਹੁਤ ਸ਼ੁਕਰੀਆ ਅਹਿਮਦ ਲਤੀਫ ਸਾਹਿਬ। ਪਹਿਲੀ ਗੱਲ ਤਾਂ ਇਹ ਵੇ ਕਿ ਜਿੰਨਾ ਕੁਝ ਵੀ ਇਸ ਟਾਈਮ ਚੱਲ ਰਿਹਾ ਹੈ ਉਹ ਇੱਕ ਦੂਸਰੇ ਨੂੰ ਗੰਦ ਪਾਉਣ ਵਾਸਤੇ ਸਿਆਸੀ ਜਮਾਤਾਂ ਇੱਕ ਦੂਸਰੇ ਦੇ ਉੱਤੇ ਹਮਲਾਵਰ ਨੇ। ਪਹਿਲੇ ਜਨਾਬ ਸਾਬਕ ਚੀਫ ਜਸਟਿਸ ਸਾਕਰ ਨਿਸਾਰ ਸਾਹਿਬ ਦੀ ਵੀਡੀਓ ਆਈ ਹੈ। ਉਸ ਤੋਂ ਬਾਅਦ ਹੋਰ ਕਈ ਵੀਡੀਓ ਜਿਹੜੀਆਂ ਨੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਉਹਦੇ ਜਵਾਬ 'ਚ ਸਾਹਮਣੇ ਆਈਆਂ ਨੇ ਅਤੇ ਇੱਕ ਐਫੀਡੇਵਿਟ ਵੀ ਆਇਆ। ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਪਰਖ ਕਰਨੀ ਇਹਨਾਂ ਦੀ ਸਹੀ ਤਰੀਕੇ ਨਾਲ, ਫਿਰ ਤੁਸੀਂ ਇਹ ਦੇਖੋ ਕਿ ਇੱਕ 19 ਅਗਸਤ 2019 ਦਾ ਫੈਸਲਾ ਹੈ ਜੀ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ 3 ਰੁਕਨੀ ਬੈਂਚ ਦਾ, ਜਿਹੜਾ ਕਿ ਜਸਟਿਸ ਆਸਫ ਸਈਦ ਖੋਸਾ ਜਿਹੜੇ ਉਸ ਵੇਲੇ ਚੀਫ ਜਸਟਿਸ ਸਨ, ਉਹਨਾਂ ਦਾ ਉਹ ਫੈਸਲਾ ਹੈ। ਉਹਦੇ 'ਚ ਉਹਨਾਂ ਨੇ ਕਿਸੇ ਵੀ ਕੇਸ ਦੇ ਵਿੱਚ ਵੀਡੀਓ, ਆਡੀਓ, ਟੇਪ ਰਿਕਾਰਡਿੰਗ ਜਾਂ ਇਸ ਦੇ ਨਾਲ ਦੇ ਮਿਲਦੇ ਜੁਲਦੇ ਸ਼ਵਾਹਦ ਅਗਰ ਕਿਸੇ ਕੇਸ 'ਚ ਸਬਮਿਟ ਕਰਨੇ ਆ ਅਤੇ ਉਹਦੇ ਵਾਸਤੇ ਉਹਨਾਂ ਨੇ 21 ਸ਼ਰਤਾਂ ਰੱਖੀਆਂ ਉਹਦੀਆਂ ਜੀ। ਇਹ 19 ਅਗਸਤ 2019 ਦਾ ਫੈਸਲਾ ਹੈ ਜੀ। ਅਤੇ ਹੁਣ ਸਾਰੀਆਂ ਸਿਆਸੀ ਜਮਾਤਾਂ ਨੂੰ ਪਤਾ ਹੈ ਕਿ ਉਸ ਦੇ ਵਿੱਚ ਕੀ ਕ੍ਰਾਈਟੇਰੀਆ ਲਿਖਿਆ ਗਿਆ ਸੀ। ਉਹ ਕਿਹੜੀਆਂ ਗੱਲਾਂ ਜਿਹੜੀਆਂ ਚੀਫ ਜਸਟਿਸ ਉਸ ਵੇਲੇ ਦੇ ਜਨਾਬ ਆਸਫ ਸਈਦ ਖੋਸਾ ਸਾਹਿਬ ਨੇ ਉਸ ਵੇਲੇ ਦਰਜ ਕਰ ਦਿੱਤੀਆਂ ਫੈਸਲੇ 'ਚ। 21 ਚੀਜ਼ਾਂ ਦੇ ਉੱਤੇ ਅਗਰ ਟੇਪ ਪੂਰੀ ਉਤਰਦੀ ਹੋਏਗੀ, ਉਹ ਸ਼ਰਤਾਂ ਪੂਰੀਆਂ ਕਰਦੀ ਹੋਏਗੀ ਅਤੇ ਤਾਂ ਉਹ ਕਾਨੂੰਨੀ ਸ਼ਹਾਦਤ ਦੇ ਮੁਤਾਬਕ ਉਹਦੇ ਉੱਤੇ ਕੋਈ ਅਮਲ ਦਰਾਮਦ ਹੋ ਸਕਦਾ ਜੀ। ਅਤੇ ਜਦੋਂ ਸਾਰੇ ਸਿਆਸਤਦਾਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਕਿ ਇਹਨਾਂ ਦਾ ਨਿਕਲਣਾ ਕੱਖ ਨਹੀਂ ਵਿੱਚੋਂ, ਅਤੇ ਇਹ ਜਨਾਬ ਜ਼ਿਆਦਾਤਰ ਗੰਦ ਪੈ ਰਿਹਾ, ਇੱਕ ਦੂਸਰੇ ਦੇ ਉੱਤੇ ਗੰਦ ਪਾ ਰਹੇ ਨੇ। ਕੋਈ ਕਿਸੇ ਦੇ ਉੱਤੇ ਪਾ ਰਿਹਾ, ਕੋਈ ਕਿਸੇ ਦੇ ਉੱਤੇ ਪਾ ਰਿਹਾ, ਅਤੇ ਇਹ ਇੱਕ ਬਿਆਨੀਆ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਨਾਲ ਜ਼ਿਆਦਤੀ ਹੋਈ ਸੀ, ਸਾਡੇ ਨਾਲ ਜ਼ੁਲਮ ਹੋ ਗਿਆ। ਅਤੇ ਤੁਹਾਨੂੰ ਪਤਾ ਕਿ ਉਹ ਅਰਸ਼ਦ ਮਲਕ ਜਿਹੜੇ ਉਸ ਵੇਲੇ ਜੱਜ ਸਨ, ਉਹਨਾਂ ਦੇ ਕੇਸ ਦੇ ਵਿੱਚ ਹੀ ਇਹ ਕ੍ਰਾਈਟੇਰੀਆ ਬਣਿਆ ਸੀ ਜੀ। ਅਤੇ ਉਸ ਕ੍ਰਾਈਟੇਰੀਆ ਨੂੰ ਅਗਰ ਦੇਖੀਏ ਤਾਂ ਕਾਨੂੰਨੀ ਸ਼ਹਾਦਤ ਦੇ ਮੁਤਾਬਕ ਹੁਣ ਤੇ ਕੋਈ ਵੀਡੀਓ, ਕੋਈ ਆਡੀਓ ਜਿਹੜੀ ਹੈ ਉਹ ਕੋਈ ਪਾਰਟੀ ਸਬਮਿਟ ਨਹੀਂ ਕਰ ਸਕਦੀ, ਨਾ ਕੋਈ ਬੰਦਾ ਸਬਮਿਟ ਕਰ ਸਕਦਾ। ਰੌਲਾ ਪਿਆ, ਉਹ ਗੰਦ ਪਾ ਸਕਦੇ ਨੇ ਜਿਹੜਾ ਕਿ ਪੈ ਚੁੱਕਿਆ। ਉਹ ਸਾਨੂੰ ਤਾਂ ਇਹ ਲੱਗਦਾ ਪਿਆ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਇੰਤਖਾਬਾਤ ਹੋਣੇ ਨੇ ਸਾਡੇ, ਉਹ ਸ਼ਾਇਦ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਡਾਟਾ ਲੀਕ ਅਤੇ ਵੀਡੀਓ ਲੀਕ ਅਤੇ ਆਡੀਓ ਲੀਕ, ਅਤੇ ਇਹਨਾਂ ਦੇ ਉੱਤੇ ਮੈਨੂੰ ਲੱਗਦਾ ਬਿਆਨੀਆ ਬਣਨਾ ਹੈ। ਔਰ ਤੁਸੀਂ ਇਹ ਵੀ ਦੇਖ ਲਿਆ ਕਿ ਹਲਕਾ ਲਾਹੌਰ ਦਾ ਜਿੱਥੇ ਇੰਤਖਾਬ ਹੋਣ ਜਾ ਰਿਹਾ ਹੈ, ਉੱਥੇ ਦੀ ਵੀ ਵੀਡੀਓ ਆ ਗਈਆਂ ਨੇ। ਕੋਈ 2-2 ਹਜ਼ਾਰ ਰੁਪਏ 'ਤੇ ਵੋਟਾਂ ਖਰੀਦ ਰਿਹਾ ਹੈ, ਕੋਈ ਹਲਫ ਲੈ ਰਿਹਾ। ਤੋ ਇਹ ਵੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਨੋਟਿਸ ਤਾਂ ਲਿਆ ਹੈ, ਲੇਕਿਨ ਗੱਲ ਇਹ ਹੈ ਕਿ ਨੋਟਿਸ ਲੈਣਾ ਜਾਂ ਲੋਕਾਂ ਨੂੰ ਬੁਲਾਉਣਾ ਉਹ ਇੱਕ ਸਾਈਡ 'ਤੇ ਗੱਲ ਹੈ। ਜੇ ਤੁਸੀਂ ਨੋਟਿਸ ਲਿੱਤਾ ਸੀ ਇਸ ਤੋਂ ਪਹਿਲਾਂ ਵੀ ਇੱਕ ਸੈਨੇਟ ਦਾ, ਔਰ ਸੈਨੇਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ KPK ਦੇ ਅੰਦਰ ਕਰੋੜ ਰੁਪਇਆ ਮਿਲਦਾ ਰਿਹਾ ਲੋਕਾਂ ਨੂੰ। ਉਹ ਵੀਡੀਓ ਵੀ ਆਉਂਦੀ ਰਹੀਆਂ ਅਤੇ ਆਡੀਓ ਵੀ ਆਉਂਦੀਆਂ ਰਹੀਆਂ, ਅਤੇ ਉਹਦਾ ਤਾਂ ਕਿਸੇ ਨੇ ਨੋਟਿਸ ਵੀ ਲਿਆ ਸੀ ਪਰ ਉਹ ਕਿਸੇ ਨੂੰ ਨਹੀਂ ਬੁਲਾਇਆ। ਇਹ ਗਰੀਬਾਂ 2-2 ਹਜ਼ਾਰ ਰੁਪਇਆ ਲਿਆ ਅਤੇ ਇਹਨਾਂ ਨੂੰ ਮੈਨੂੰ ਲੱਗਦਾ ਉਹਨੂੰ ਗ੍ਰਿਫਤਾਰ ਕਰਨ ਲੱਗੇ ਨੇ। ਅਤੇ ਸਾਰੀ ਸੂਰਤ ਹਾਲ ਨੂੰ ਮੱਦੇਨਜ਼ਰ ਰੱਖਦਿਆਂ ਦੇਖੋ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਚੀਜ਼ਾਂ ਨੂੰ ਗੌਰ ਨਾਲ ਦੇਖੇ ਕਿ ਜਿਹੜਾ ਖਰਚਾ ਇੱਕ ਸੂਬਾਈ ਅਸੈਂਬਲੀ ਦੇ ਮੈਂਬਰ ਨੂੰ ਇਲੈਕਸ਼ਨ ਲੜਨ ਵਾਸਤੇ ਦੱਸਿਆ ਗਿਆ ਅਤੇ ਜਿਹੜਾ ਮੈਂਬਰ ਕੌਮੀ ਅਸੈਂਬਲੀ ਵਾਸਤੇ ਦੱਸਿਆ ਗਿਆ, ਕਿਆ ਉਹ ਪੂਰੇ ਉਤਰਦੇ ਨੇ? ਤੁਸੀਂ ਕਦੀ ਦੇਖਿਆ ਕਿ ਉਹਨਾਂ ਦੀ ਰੋਟੀ ਦਾ ਖਰਚਾ ਉਹਨਾਂ ਪੈਸਿਆਂ ਤੋਂ ਜ਼ਿਆਦਾ ਹੁੰਦਾ ਹੈ? ਕਿਆ ਕੋਈ ਗਰੀਬ ਬੰਦਾ ਇਲੈਕਸ਼ਨ ਲੜ ਸਕਦਾ? ਕੋਈ ਸਫੈਦਪੋਸ਼ ਇਲੈਕਸ਼ਨ ਲੜ ਸਕਦਾ? ਸੋਚ ਵੀ ਨਹੀਂ ਸਕਦਾ। ਦੂਜੀ ਗੱਲ ਹੈ, ਪੋਲੀਟੀਕਲ ਸਿਸਟਮ 'ਤੇ ਲੋਕਾਂ ਦਾ ਇਤਬਾਰ ਉੱਠਦਾ ਜਾਂਦਾ ਹੈ।
ਲੋਕ ਕਹਿੰਦੇ ਨੇ ਕਿ ਸਾਡੇ ਕੰਮ ਤੇ ਕਰਦੇ ਕੋਈ ਨਹੀਂ, ਤੇ ਜੇ ਅਗਰ ਇਹਨਾਂ ਕੋਲੋਂ ਹੁਣੀ ਜੋ ਲੈਣਾ ਲੈ ਲਓ, ਨਾਲੀ ਮੋਰੀ ਬਣਵਾਉਣੀ ਬਣਵਾ ਲਓ, ਤੇ ਇਸ ਤੋਂ ਬਾਅਦ ਤੇ ਇਹਨਾਂ ਸਾਨੂੰ ਕਿਸੇ ਕਾਬੂ ਨਹੀਂ ਆਣਾ। ਤੇ ਉਹ ਇਸ ਕਰਕੇ ਇਸ ਮਾਮਲੇ ਵੱਲ ਨੂੰ ਵੀ ਚੱਲ ਰਹੀਆਂ ਚੀਜ਼ਾਂ। ਲੇਕਿਨ ਇਹ ਗੱਲ ਹੈ ਕਿ ਇਹਨਾਂ ਦੇ ਉੱਤੇ ਅਸੀਂ ਇਹ ਫਾਇਦਾ ਇਹ ਹੁੰਦਾ ਹੈ ਕਿ ਚੀਜ਼ਾਂ ਦੀ ਦਰੁਸਤਗੀ ਵਾਸਤੇ ਆਸਤਾ ਤੁਹਾਨੂੰ ਪਤਾ ਕਿ ਜੇ ਅਗਰ ਤੁਸੀਂ ਇਹਦੇ ਵਿੱਚੋਂ ਹੀ ਦੇਖਦੇ ਰਹੋ ਤੇ ਕੋਈ ਅੱਛੀ ਚੀਜ਼ ਵੀ ਨਿਕਲ ਆਉਂਦੀ ਹੈ ਤੇ ਲੋਕਾਂ ਦੀ ਇਸਲਾਹ ਦਾ ਪਹਿਲੂ ਮੌਜੂਦ ਹੁੰਦਾ ਹੈ। ਗੁਲਾਮ ਮੁਰਤਜ਼ਾ ਸਾਹਿਬ, ਮੈਂ ਜ਼ਾਹਿਰ ਹੈ ਇਹਦੇ ਵਿੱਚੋਂ ਹੀ ਗੱਲ ਨਿਕਲੀ ਹੈ, ਉਹ ਨਿਕਲੀ ਹੈ ਅਨਾਰਕੀ ਦੀ। ਭੁੱਖ ਭਾਂਗੜੇ ਇਸ਼ਕ ਬਨੇਰੇ ਔਰ ਰੌਲਾ ਪਿਆ। ਮੈਂ ਕੱਲ ਪਰਸੋਂ ਇੱਕ ਵੀਡੀਓ ਤੱਕੀ ਹੈ, ਕੋਈ 12-14 ਸਾਲ ਦਾ ਮੁੰਡਾ ਤੇ ਉਹਦੇ ਨਾਲ ਕੁਝ ਅਰਸੇ ਬਾਅਦ ਮੈਂ ਇੱਕ ਕੁੜੀ ਤੱਕੀ, ਮਨਸੂਬਾ ਬੰਦ ਹੋ ਕੇ ਉਹ ਡਾਕੇ ਮਾਰਨੇ, ਚੋਰੀਆਂ ਕਰਨਾ, ਉਹ ਕੰਮ ਸ਼ੁਰੂ ਹੋ ਗਿਆ ਹੈ। ਫਿਰ ਫਹੀਮ ਸਾਡਾ ਕਰਾਚੀ ਜਿਹੜਾ ਉਹਨੇ ਖੁਦਕੁਸ਼ੀ ਕੀਤੀ ਹੈ। ਇਹ ਬੇਰੁਜ਼ਗਾਰੀ, ਅਨਪੜ੍ਹੀ ਔਰ ਜਹਾਲਤ ਔਰ ਤਹਿਸ ਨਹਿਸ, ਮਹਿੰਗਾਈ, ਇਹ ਸਾਰਾ ਪਾਗਲਪਨ ਜਿਹੜਾ ਹੈ, ਇਹ ਕਿਆ ਕੋਈ ਅਸੀਂ ਖਾਨਾ ਜੰਗੀ ਦੀ ਤਰਫ ਤਾਂ ਨਹੀਂ ਜਾ ਰਹੇ? ਅੱਲਾ ਨਾ ਕਰੇ ਹਲੇ ਖਾਨਾ ਜੰਗੀ ਦੀ ਸੂਰਤ ਹਾਲ ਤੇ ਕਤਨ ਐਸੀ ਨਹੀਂ ਹੈਗੀ, ਨਾ ਹੀ ਇਹ ਜਿਹੇ ਮੁਲਕ ਸਾਡੇ ਜਿਹੜਾ ਮੁਲਕ ਹੈ ਉਹਦੇ 'ਚ ਖਾਨਾ ਜੰਗੀ ਦਾ ਕੋਈ ਮਾਮਲਾ ਬਣ ਸਕਦਾ ਹੈ। ਤੁਸੀਂ ਇਹ ਵੇਖੋ ਕਿ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਇੱਥੇ ਸਖਾਵਤ ਕਰਨ ਵਾਲੇ ਤੇ ਸਖੀ ਇੱਕ ਦੂਸਰੇ ਨੂੰ ਰੋਟੀਆਂ ਖਵਾਉਣ ਵਾਲੇ, ਚਾਹਾਂ ਪਿਆਉਣ ਵਾਲੇ ਹਰ ਘਰ ਦੇ ਵਿੱਚ ਬੰਦੇ ਮੌਜੂਦ ਨੇ। ਤੇ ਇੱਥੇ ਜਿੱਥੇ ਭੁੱਖ ਨਾ ਪਵੇ, ਅਨਾਜ ਬਾਹਲਾ ਹੋਵੇ ਔਰ ਲੋਕਾਂ ਦੇ ਕੋਲ ਸਖਾਵਤ ਵਾਸਤੇ ਦਿਲ ਵੀ ਹੋਵੇ, ਉੱਥੇ ਅਨਾਰਕੀ ਦੇ ਸਵਾਲ ਨਹੀਂ ਪੈਦਾ ਹੁੰਦਾ। ਦੂਜੀ ਗੱਲ ਹੈ ਕਿ ਪੋਲੀਟੀਕਲੀ ਕੀ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਚੀਜ਼ਾਂ ਚੱਲ ਰਹੀਆਂ ਨੇ, ਉਹ ਤੁਹਾਨੂੰ ਪਤਾ ਕਿ ਪੋਲੀਟੀਕਲ ਸਿਸਟਮ ਕਦੋਂ ਕਿਸ ਤਰੀਕੇ ਦੇ ਨਾਲ ਔਰ ਕਿਸ ਤਰ੍ਹਾਂ ਮੁਲਕੀ ਮਫਾਦ ਦੇ ਵਿੱਚ, ਅਵਾਮੀ ਮਫਾਦ 'ਚ ਜਾਂ ਰਿਆਸਤੀ ਮਫਾਦ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ। ਤੇ ਉਹਨਾਂ ਨੂੰ ਦੇਖ ਕੇ ਅੱਗੇ ਤੁਸੀਂ ਕਹਿ ਸਕਦੇ ਹੋ ਕਿ ਪੋਲੀਟੀਕਲੀ ਬੇਚੈਨੀ ਤੇ ਹੋ ਸਕਦੀ ਹੈ, ਲੇਕਿਨ ਖੁਦਾ ਨਾ ਖਾਸਾ ਕੋਈ ਇਸ ਕਿਸਮ ਦਾ ਮਸਲਾ ਨਹੀਂ ਹੈ। ਤੇ ਦੂਸਰੀ ਗੱਲ ਇਹ ਵੀ ਕਿ ਜਿਹੜੀ ਖੁਦਕੁਸ਼ੀ ਹੈ, ਜ਼ਾਹਰੀ ਗੱਲ ਹੈ ਕਿ ਇੱਕ ਇਨਸਾਨ ਦੀ ਇੱਕ ਚੀਖ ਹੁੰਦੀ ਹੈ ਜੀ। ਅਗਰ ਇਹਨੂੰ ਤੁਸੀਂ ਸਮਾਜੀ ਤਰੀਕੇ ਨਾਲ ਦੇਖੋ ਤੇ ਉਹ ਮੁਆਸ਼ਰੇ ਨੂੰ ਚੀਖ ਕੇ ਦੱਸਦਾ ਹੈ ਕਿ ਇਹ ਮਸਲੇ ਮਸਾਇਲ ਸਿਰ ਚੱਕ ਰਹੇ ਨੇ ਤੇ ਹਕੂਮਤਾਂ ਜਿਹੜੀਆਂ ਨੇ ਇਹਦਾ ਉਪਾਅ ਕਰਨ, ਇਹਦਾ ਕੋਈ ਹੱਲ ਕੱਢਣ। ਲੇਕਿਨ ਉਹਦੇ ਨਾਲ ਨਾਲ ਉਹ ਆਪਣੀ ਕਮਜ਼ੋਰੀ ਵੀ ਦੱਸਦਾ ਕਿ ਮੈਂ ਇਸ ਹੱਦ ਤੱਕ ਕਮਜ਼ੋਰ ਹਾਂ। ਅੱਲਾਹ ਤਾਲਾ ਨੇ ਫਰਮਾਇਆ ਬੰਦੇ ਵਾਸਤੇ ਕਿ ਤੂੰ ਆਪਣਾ ਹਿੰਮਤ ਨਾ ਹਾਰ, ਲਾ ਤੱਕ ਨਾ ਤੂੰ ਮੇਰੀ ਰਹਿਮਤ ਅੱਲਾ, ਤੇ ਆਪਣੀ ਅੱਲਾ ਦੀ ਰਹਿਮਤ ਤੋਂ ਨਾ ਉਮੀਦ ਨਹੀਂ ਹੋਣਾ ਚਾਹੀਦਾ। ਤੇ ਜਾਨ ਦੇ ਕੇ ਕੀ ਕੀਤਾ ਸੂੰ, ਆਪਣੇ ਬੱਚੇ ਵੀ ਤੇ ਆਪਣੇ ਸਾਰਾ ਕੁਝ ਉਹਨਾਂ ਨੂੰ ਆਵਾਮ ਦੇ ਸਾਰੇ ਪਤਾ ਨਹੀਂ ਕਿਸ ਦੇ ਸਾਰੇ ਛੱਡ ਦਿੱਤਾ ਹੈ। ਬੁਜ਼ਦਿਲੀ, ਤੇ ਬੁਜ਼ਦਿਲੀ ਦਾ ਨਾਮ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਸਾਡੇ ਜਵਾਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਸਾਡੇ ਵਾਲਦੈਨ ਨੂੰ ਵੀ, ਜਿਹੜਾ ਕਈ ਅਸੀਂ ਸੁਣਦੇ ਹਾਂ ਕਿ ਜੀ ਉਹ ਨੰਬਰ ਘੱਟ ਆ ਗਏ ਸਨ FSC 'ਚੋਂ, ਉਹਦਾ ਮੈਡੀਕਲ ਦਾਖਲਾ ਨਹੀਂ ਹੋਇਆ ਤੇ ਬੱਚੇ ਨੇ ਫੰਦਾ ਪਾ ਲਿਆ, ਇਹ ਕੋਈ ਗੱਲਾਂ ਨਹੀਂ। ਜ਼ਿੰਦਗੀ ਦੇ ਵਿੱਚ ਸਭ ਤੋਂ ਸੋਹਣੀ ਤੇ ਚੰਗੀ ਗੱਲ ਇਹ ਵੇ ਕਿ ਔਲਾਦ ਨੂੰ ਤੁਸੀਂ ਕਿਉਂ ਅੱਛਾ ਇਨਸਾਨ ਬਣਾਇਆ। ਮੁਕਾਬਲਾ ਆਮ ਦਿਨਾਂ ਦੇ ਵਿੱਚ ਵੀ ਇਨਸਾਨ ਰੋਜ਼ੇ ਰੱਖਦਾ ਹੈ ਤੇ ਅੱਲਾਹ ਤਾਲਾ ਆਪਣਾ ਫਜ਼ਲੋ ਕਰਮ ਕਰਦਾ ਤੇ ਇੱਕ ਦੂਸਰੇ ਦੇ ਨਾਲ ਸ਼ੇਅਰਿੰਗ ਕਰਨੀ ਚਾਹੀਦੀ। ਸਾਡੇ ਇਹ ਥੋੜ੍ਹਾ ਜਿਹਾ ਫਰਕ ਪੈ ਗਿਆ ਕਿ ਸਫੇਦ ਪੁਸ਼ਾਂ ਦੀ ਲੋਕ ਮਦਦ ਨਹੀਂ ਕਰਦੇ ਜਾਂ ਕਰਦੇ ਨੇ ਤੇ ਆਪਣੇ ਜਾਣਨ ਵਾਲਿਆਂ ਦੀ ਕਰਦੇ ਹੈ। ਤੇ ਇਹ ਥੋੜ੍ਹਾ ਜਿਹਾ ਸਮਾਜੀ ਤੌਰ ਦੇ ਉੱਤੇ ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਆਮ ਬੈਗਰਸ ਜਿਹੜੇ ਮੰਗਣ ਵਾਲੇ ਨੇ ਉਹਨਾਂ ਨੂੰ ਤਾਂ ਪੈਸੇ ਦਿੰਦੇ ਨੇ, ਆਪਣੇ ਇਰਦ ਗਿਰਦ ਨਹੀਂ ਦੇਖਦੇ ਕਿ ਯਾਰ ਇਹ ਬੰਦਾ ਬਿਲਕੁਲ ਸਫੇਦ ਪੋਸ਼ ਹੈ ਔਰ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ ਹੈ, ਤੇ ਉਹਦੇ ਨਾਲ ਉਹਦਾ ਘਰ ਚਲਾਉਣ ਵਾਸਤੇ, ਉਹਨੂੰ ਹੈਲਪ ਆਊਟ ਕਰਨ ਵਾਸਤੇ, ਉਹਨੂੰ ਕੰਮ ਤੇ ਲਵਾਉਣ ਵਾਸਤੇ ਜਾਂ ਉਹਨੂੰ ਕੋਈ ਰੇਹੜੀ ਲਵਾਉਣ ਵਾਸਤੇ ਜਾਂ ਕੋਈ ਹੋਰ ਕੁਝ ਕਰਨ ਵਾਸਤੇ ਉਹਦੇ ਨਾਲ ਮਦਦ ਕਰਨੀ ਚਾਹੀਦੀ ਹੈ। ਜੀ, ਇੱਕ ਹੋਰ ਬੜਾ ਮੈਂ ਥੋੜ੍ਹਾ ਜਿਹਾ ਸੈਂਸਿਟਿਵ ਜਿਹਾ ਸਵਾਲ ਕਰਨਾ ਚਾਹੁੰਦਾ। ਮਸਜਿਦ ਦਾ ਫਲਸਫਾ ਹੈ ਕਿ ਮਸਜਿਦ ਕਿਤਨੀ ਦੂਰ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਉਹ ਕਮਿਊਨਿਟੀ ਸੈਂਟਰ ਦੇ ਤੌਰ 'ਤੇ ਨਬੀ ਕਰੀਮ ਆਖਰ ਜ਼ਮਾਨ ਦੇ ਜ਼ਮਾਨੇ 'ਚ ਉਹ ਇਸਤੇਮਾਲ ਹੁੰਦੀ ਸੀ। ਅੱਜ ਅਸੀਂ ਵੇਖਦੇ ਹਾਂ ਇੱਕ ਗਲੀ, ਫਿਰ ਦੂਜੀ ਗਲੀ, ਫਿਰ ਤੀਜੀ ਗਲੀ, ਮਸੀਤ ਤੇ ਮਸੀਤ, ਮਸੀਤ ਤੇ ਮਸੀਤ ਔਰ ਮਦਰਸਾ। ਇਹ ਸਾਰੀ ਗੱਲ ਜਿਹੜੀ ਹੈ ਇਹਨੂੰ ਦਰਦਮੰਦੀ ਨਾਲ ਸੋਚਦੇ ਹੋਇਆ। ਇੱਕ ਤੁਹਾਡੇ ਨਾਲ ਇਸ ਗੱਲ ਹੈ ਕਿ ਤੁਸੀਂ ਬੜੇ ਦਰਦਮੰਦ ਔਰ ਮਸਲਕੀ ਔਰ ਇਸਲਾਮੀ ਔਰ ਇਹ ਪੁਆਇੰਟ ਵੀ ਤੁਹਾਡੇ ਜ਼ਹਿਨ 'ਚ ਮੌਜੂਦ ਰਹਿੰਦਾ ਹੈ ਔਰ ਮੁਅੱਦਬ ਔਰ ਜਿਹੜਾ ਇਹਤਰਾਮ ਹੈ ਉਹ ਵੀ ਆਪਣੀ ਜਗ੍ਹਾ ਮੌਜੂਦ ਰਹਿੰਦਾ ਹੈ। ਕੀ ਮਸਜਿਦ ਦਾ ਫਲਸਫਾ ਹੈ? ਤੁਸੀਂ ਹਿਫਜ਼ ਦੀ ਗੱਲ ਵੀ ਹੈ, ਇਹ ਮਰਜ਼ਰ ਵੀ ਤੁਹਾਡਾ ਮੌਜੂਦ ਹੈ, ਇੱਕ ਪੂਰਾ ਫੈਮਿਲੀ ਬੈਕਗਰਾਊਂਡ ਵੀ ਮੌਜੂਦ ਹੈ ਔਰ ਇੱਕ ਵੱਡੇ ਜਰਨਲਿਸਟ ਵੀ ਹੋ ਤੁਸੀਂ। ਕੀ ਕਹੀਏ, ਕੀ ਮਸਲਾ ਕਰੀਏ ਇਸ ਸਾਰੀ ਸੂਰਤ ਹਾਲ ਨੂੰ ਕਿ ਮਸੀਤੀ ਤੇ ਮਸੀਤੀ ਕਿਉਂ ਚੜੀ ਜਾ ਰਹੇ ਲੋਕ? ਸਭ ਤੋਂ ਬੜੀ ਤੁਸੀਂ ਅਹਿਮ ਗੱਲ ਕੀਤੀ ਇਸ ਹਵਾਲੇ ਨਾਲ ਕਿ ਮਸਜਿਦਾਂ ਤੇ ਮਸਜਿਦਾਂ ਬਣੀ ਜਾ ਰਹੀਆਂ। ਮਸਜਿਦਾਂ ਜ਼ਾਹਰੀ ਗੱਲ ਹੈ ਕਿ ਦੀਨ ਦੀ ਤਰਵੀਜ ਵਾਸਤੇ ਮਸਜਿਦ ਦਾ, ਮਕਤਬ ਦਾ ਇੱਕ ਬੜਾ ਰੋਲ ਹੈ, ਕਿਰਦਾਰ ਹੈ। ਲੇਕਿਨ ਕੀ ਅਸੀਂ ਕਰ ਕੀ ਰਹੇ ਹਾਂ? ਕਿਆ ਅਸੀਂ
ਮਸਜਿਦਾਂ ਬਣਾਈ ਜਾ ਰਹੇ ਹਾਂ ਤੇ ਉੱਥੇ ਪੈਦਾ ਕੀ ਕਰ ਰਹੇ ਹਾਂ, ਸਾਡੀ ਪ੍ਰੋਡਕਟ ਕੀ ਹੈ। ਹਜ਼ੂਰ ਨਬੀ ਕਰੀਮ ਅਲੈਹਿਸਸਲਾਮ ਦੇ ਜ਼ਮਾਨੇ 'ਚ ਤੁਸੀਂ ਇਹ ਦੇਖੋ ਕਿ ਮਹਾਜਰ ਆਏ ਔਰ ਅਨਸਾਰ ਜਿਹੜੇ ਸੀ ਉਹਨਾਂ ਦੇ ਨਾਲ ਕਿਹੋ ਜਿਹਾ ਭਾਈਚਾਰਾ ਬਣਿਆ ਜੀ। ਉਹ ਇਸ ਹੱਦ ਤੱਕ ਹੋ ਗਏ ਕਿ ਪਤਾ ਨਹੀਂ ਇਹਨਾਂ ਨੂੰ ਕਾਰੋਬਾਰ 'ਚ ਤੇ ਘਰ ਦੇ ਵਿੱਚ ਹਿੱਸਾ ਨਾ ਦੇਣਾ ਪੈ ਜਾਵੇ, ਇਸ ਸਤਹ ਤੱਕ ਚਲੇ ਇਸ ਸਤਹ ਤੱਕ ਚਲੇ ਗਏ। ਤੇ ਅਸੀਂ ਕੀ ਕਰ ਰਹੇ ਹਾਂ, ਅਸੀਂ ਮਸਜਿਦ ਟੁਰਨੇ ਜਾਂਦੇ ਹਾਂ, ਜਾ ਕੇ ਨਮਾਜ਼ ਪੜ੍ਹੀ, ਸਲਾਮ ਫੇਰਿਆ ਤੇ ਪਤਾ ਨਹੀਂ ਲੱਗਦਾ ਕਿ ਅੱਗੇ ਕੌਣ ਹੈ ਤੇ ਪਿੱਛੇ ਕੌਣ ਹੈ ਤੇ ਸੱਜੇ ਕੌਣ ਹੈ ਤੇ ਖੱਬੇ ਕੌਣ ਹੈ ਤੇ ਇਮਾਮ ਕੌਣ ਹੈ ਜੀ। ਨਮਾਜ਼ ਪੜ੍ਹੀ ਤੇ ਘਰ ਵਾਪਸ ਆ ਗਏ। ਇਹ ਨਮਾਜ਼ ਤੇ ਵਾਸਤੇ ਤਾਂ ਨਹੀਂ ਕਿਹਾ ਗਿਆ ਸੀ ਜੀ। ਨਮਾਜ਼ ਮਸਜਿਦ ਮਕਤਬ ਹੈ, ਨਮਾਜ਼ ਤੁਹਾਡਾ ਕਮਿਊਨਿਟੀ ਸੈਂਟਰ ਹੈ, ਨਮਾਜ਼ ਤੁਹਾਡੇ ਦੁੱਖਾਂ ਦਾ ਮਦਾਵਾ ਹੈ। ਨਮਾਜ਼ ਜਿਹੜੀ ਹੈ ਉਹ ਉੱਥੇ ਤੁਸੀਂ ਇੱਕ ਦੂਸਰੇ ਦਾ ਪਤਾ ਕਰਨਾ ਹੈ, ਕਿਸ ਹਾਲ 'ਚ ਕਿਸ ਹਾਲ 'ਚ ਹੈ। ਉਹਦੇ ਚਿਹਰੇ ਦੇ ਤਾਸਰਾਤ ਤੋਂ ਅਗਰ ਕੋਈ ਸਫੇਦਪੋਸ਼ ਨਹੀਂ ਦੱਸਦਾ, ਉਹਦੇ ਚਿਹਰੇ ਦੇ ਤਾਸਰਾਤ ਤੋਂ ਤੁਸੀਂ ਚੈੱਕ ਕਰਨਾ ਵੀ ਕੀ ਹੈ। ਉਹ ਅਗਰ 2 ਦਿਨ ਨਹੀਂ ਆਇਆ ਤੇ ਕਿਉਂ ਨਹੀਂ ਆਇਆ, ਉਹਦੇ ਘਰ ਦੇ ਮਸਲੇ ਮਸਾਇਲ ਕੀ ਨੇ। ਤੇ ਮੌਲਵੀ ਦਾ ਕਿਰਦਾਰ ਜਿਹੜਾ ਸੀ ਉਸ ਟਾਈਮ, ਉਹ ਮੌਲਵੀ ਦਾ ਕਿਰਦਾਰ ਵੀ ਇਹ ਸੀ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਰੱਖਦਾ ਸੀ। ਹੁਣ ਬੜੀ ਮਾਜ਼ਰਤ ਦੇ ਨਾਲ ਕਿ ਮਜ਼ਹਬ ਨੂੰ ਜਿਹੜਾ ਇਹ ਹੈ ਕਿ ਮਸਜਿਦ ਬਣਾ ਲਓ, ਮਦਰਸਾ ਬਣਾ ਲਓ ਤੇ ਮੌਲਵੀ ਤੇ ਨਾਲ 4 ਬੰਦੇ ਤੇ ਉਹ ਆਪਣਾ ਚੰਦਾ ਕਰ ਲਓ ਤੇ ਬਸ ਨਮਾਜ਼ਾਂ ਪੜ੍ਹਾ ਛੱਡੋ ਤੇ ਅੱਲਾ ਦਾ ਖੈਰ ਸਲਾ। ਤਰਬੀਅਤ ਦਾ ਫੁਕਦਾਨ ਹੋ ਗਿਆ, ਜਿਹੜਾ ਕਿ ਸਭ ਤੋਂ ਵੱਡੀ ਚੀਜ਼ ਸੀ। ਇੱਕ ਪੰਚ ਬੈਠਕ ਪਿੰਡ ਦੀ, ਉਸ ਦੇ ਵਿੱਚ ਤੁਹਾਨੂੰ ਪਤਾ ਕਿ ਤਰਬੀਅਤ ਹੁੰਦੀ ਸੀ ਬੰਦਿਆਂ ਦੀ, ਔਰ ਉੱਥੇ ਬਹਿ ਕੇ ਗੱਲਾਂ ਸੁਣਨੀ। ਇਸੇ ਤਰ੍ਹਾਂ ਮੌਲਵੀ ਦਾ ਆਵਾਜ਼ ਹੁੰਦਾ ਸੀ ਤੇ ਤਰਬੀਅਤ ਹੁੰਦੀ ਸੀ। ਤੇ ਉਸ ਟਾਈਮ ਮੌਲਵੀ ਵੀ ਜਿਹੜੇ ਨੇ, ਦੇਖੋ ਇਹ ਵੀ ਫਰਕ ਨਹੀਂ ਲੋਕਾਂ ਨੂੰ ਹੁਣ ਸਮਝ ਆ ਰਿਹਾ ਹੈ। ਜ਼ਿਆਦਾਤਰ ਮੌਲਵੀ ਨਜ਼ਰ ਆ ਰਹੇ ਨੇ, ਤੁਹਾਨੂੰ ਖਾਲ ਕਿਤੇ ਆਲਮ ਨਜ਼ਰ ਆਉਂਦਾ ਹੈ। ਆਲਮ ਜਿਹੜਾ ਹੈ ਉਹ ਤੁਹਾਨੂੰ ਪਤਾ ਕਿ ਮੁਫਤੀ ਦੀ ਸਨਦ ਲੈ ਕੇ ਜਾਂ ਸ਼ਹਾਦਤੁਲ ਆਲਮੀਆ ਫਿਲ ਉਲੂਮ ਅਲ ਅਰਬੀਆ ਉਹਦੀ ਸਨਦ ਲੈ ਕੇ ਉਹ ਆਲਮ ਬਣਦਾ ਹੈ। ਉਹਦੇ 'ਚ ਬਰਦਾਸ਼ਤ, ਤਹਮਲ, ਇੱਕ ਦੂਸਰੇ ਫਿਰਕੇ ਨੂੰ ਜਾਣਨਾ, ਸੁਣਨਾ ਤੇ ਅੱਗੇ ਤਹਿਕੀਕ ਕਰਨਾ, ਜਮਾ ਸੁਨਨਤ ਤੇ ਉਹਦੇ ਕੋਲ ਅਤਬਾ, ਉਹਦੇ ਕੋਲ ਸਾਰਾ ਕੁਝ ਹੁੰਦਾ। ਉਹ ਫਿਕ ਨੂੰ ਜਾਣਦਾ, ਉਹਨੂੰ ਪਤਾ ਹੈ ਕਿ ਇੱਕ ਮੁਸਲਮਾਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲਾਤ ਹੋ ਸਕਦੇ ਹੈ, ਕਿਹੜੇ ਦਰਜੇ ਦਾ ਮੁਸਲਮਾਨ ਹੈ, ਕੀ ਕਰਨਾ ਚਾਹੀਦਾ, ਕਿਵੇਂ ਮੁਆਸ਼ਰੇ ਨੂੰ ਠੀਕ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਹੁਣ ਘਟਦੀਆਂ ਜਾ ਰਹੀਆਂ। ਸਾਨੂੰ ਮੁਆਸ਼ਰੇ ਨੂੰ, ਸਾਨੂੰ ਜ਼ਰੂਰਤ ਹੈ ਆਲਮ ਲੋਕਾਂ ਦੀ, ਐਸੇ ਲੋਕਾਂ ਦੀ ਜਿਹੜੇ ਇਲਮ ਇਸ ਕਿਸਮ ਦਾ ਸਾਨੂੰ ਦੱਸ ਸਕਣ, ਜਿਹੜਾ ਤਹਮਲ, ਬਰਦਾਸ਼ਤ, ਬੁਰਦਬਾਰੀ ਤੇ ਇੱਕ ਦੂਸਰੇ ਦਾ ਦਰਦ ਪੈਦਾ ਕਰਨ ਦੇ ਵਿੱਚ ਕਿਰਦਾਰ ਅਦਾ ਕਰੇ। ਜੀ, ਅਸੀਂ ਵਕਫਾ ਲਵਾਂਗੇ ਔਰ ਵਕਫੇ ਤੋਂ ਬਾਅਦ ਅਸੀਂ ਆਵਾਂਗੇ ਤੇ ਅਸੀਂ ਗੱਲ ਕਰਾਂਗੇ ਕਿ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀਆਂ ਉਹ ਕੀ ਕੰਮ ਕਰਦੀਆਂ ਨੇ। ਔਰ ਹੁਣ ਇਹ ਗੱਲ ਬਣੀ ਹੈ ਕਿ ਅਪਾਰਾ ਜਿੱਤ ਗਿਆ, ਪਿੰਡੀ ਹਾਰ ਗਿਆ, ਇਸ ਤੇ ਵੀ ਗੱਲ ਕਰਾਂਗੇ। ਇੱਥੇ ਲੈਣੇ ਆ ਇੱਕ ਨਿੱਕਾ ਜਿਹਾ ਵਕਫਾ। ਵੈਲਕਮ ਬੈਕ ਜੀ। ਵਕਫੇ ਤੋਂ ਬਾਅਦ ਅਸੀਂ ਆਏ ਹਾਂ ਔਰ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਕੁੱਕੜ ਨਾਲ ਕੁੱਕੜ ਲੜਾਇਆ ਜਾ ਰਿਹਾ ਹੈ, ਠੂੰਹੇ ਨਾਲ ਠੂੰਹਾ ਲੜਾਇਆ ਜਾ ਰਿਹਾ ਹੈ, ਉਹ ਜਿੱਤ ਗਿਆ, ਉਹ ਹਾਰ ਗਿਆ, ਫੈਜ਼ ਗਿਆ, ਟੁਰ ਗਿਆ, ਉਹਦਾ ਕੰਮ ਉਹਦੇ ਨਾਲ ਗਿਆ, ਨਦੀਮ ਆ ਗਿਆ। ਔਰ ਜਨਾਬੇ ਫੈਜ਼ ਜਿਹੜੇ ਨੇ ਉਹ ਜਾਂਦਿਆਂ ਜਿਹੜੀਆਂ ਅਲਵਿਦਾਈ ਮੁਲਾਕਾਤਾਂ ਕੀਤੀਆਂ, ਤੁਸੀਂ ਇਹ ਬੀਟ ਵੀ ਕਰਦੇ ਹੋ ਔਰ ਦਿਫਾ ਵੀ ਤੁਹਾਡੇ ਕੋਲ ਹੈ। ਕਦੇ ਕੋਈ DGISI ਇਸ ਤਰ੍ਹਾਂ ਅਲਵਿਦਾਈ ਮੁਲਾਕਾਤਾਂ ਤੇ ਤਸ਼ੱਕਰ ਤੇ ਫੁੱਲ ਇਹ ਕਰਦਾ ਸੀ? ਇਹ ਮੁਲਾਕਾਤਾਂ ਤੇ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਵੀ ਅਦਾਰੇ ਤੋਂ ਰੁਖਸਤ ਹੁੰਦਾ ਹੈ ਕੋਈ ਵੀ ਵੱਡਾ ਅਫਸਰ, ਤੇ ਉਹ ਚਾਹੁੰਦੇ ਆ ਆਪਣੇ ਤਮਾਮ ਜਿਹੜੇ ਸੀਨੀਅਰਸ ਹੁੰਦੇ ਨੇ ਉਹ ਫੇਅਰਵੈਲ ਕਾਲ ਉਹਨੂੰ ਕਰਦੇ ਨੇ, ਉਹਨੂੰ ਚਾਹ ਪਿਆਉਂਦੇ ਨੇ, ਉਹਦੇ ਕੰਮ ਦੇ ਹਵਾਲੇ ਨਾਲ 2-4 ਗੱਲਾਂ ਹੁੰਦੀਆਂ ਤੇ ਉਹ ਸ਼ੁਕਰੀਆ ਅਦਾ ਕਰਦਾ ਸਰਵਿਸ ਚੀਫ ਦਾ, ਸਾਰੇ ਲੋਕਾਂ ਦਾ ਜਿਨ੍ਹਾਂ ਦੇ ਨਾਲ ਉਹਨੇ ਕਲੋਜ਼ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਹੁੰਦਾ ਕਿ ਉਹਨਾਂ ਨੇ ਉਸ ਦੇ ਟੈਨਿਓਰ ਦੇ ਦੌਰਾਨ ਬੜਾ ਤਾਵਨ ਕੀਤਾ। ਇਹ ਕੋਈ ਨਵੀਂ ਗੱਲ ਤੇ ਨਹੀਂ ਹੈ ਕਿ ਉਹਨਾਂ ਨੇ ਮੁਲਾਕਾਤਾਂ ਕੀਤੀਆਂ। ਲੇਕਿਨ ਸਿਆਸਤਦਾਨਾਂ ਨਾਲ ਮੁਲਾਕਾਤਾਂ ਮੇਰਾ ਮਸਲਾ ਹੈ। ਤੇ ਸਿਆਸਤਦਾਨਾਂ ਦੇ ਨਾਲ ਦੇਖੋ, ਵਜ਼ੀਰ ਖਾਰਜਾ ਨਾਲ, ਬਿਲਕੁਲ ਵਜ਼ੀਰ ਖਾਰਜਾ, ਇਸ ਕਰਕੇ ਤੁਸੀਂ ਮੱਦੇਨਜ਼ਰ ਰੱਖੋ ਕਿ ਅਸੀਂ ਸਟ੍ਰੈਟੇਜਿਕਲੀ ਕਿੱਥੇ ਵਾਕਿਆ ਜੀ, ਸਾਡਾ ਮੁਲਕ ਇਸ ਟਾਈਮ ਤਸਵੀਰਾਤੀ ਤੌਰ ਤੇ ਕਿੱਥੇ ਖੜਾ ਜੀ। ਸਾਨੂੰ ਅਫਗਾਨਿਸਤਾਨ ਦਾ ਮਸਲਾ ਦਰਪੇਸ਼ ਹੈ। ਅਫਗਾਨਿਸਤਾਨ ਦੇ ਵਿੱਚ ਜੋ ਸੂਰਤ ਹਾਲ ਹੈ ਤੁਹਾਨੂੰ ਪਤਾ, ਉਹਦੇ 'ਚ ਦਫ਼ਤਰ ਖਾਰਜਾ ਦਾ ਬੜਾ ਰੋਲ ਹੈ, ਬੜਾ ਕਿਰਦਾਰ ਹੈ। ਉਹ ਕੋਈ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਨਹੀਂ ਮਿਲੇ, ਉਹ ਵਜ਼ੀਰ ਖਾਰਜਾ ਨਾਲ ਮਿਲੇ ਨੇ। ਤੇ ਵਜ਼ੀਰ ਖਾਰਜਾ ਤੇ ਸਾਡੇ ਅਦਾਰੇ ਦੇ ਸਰਬਰਾਹ ਦਾ ਜ਼ਾਹਿਰ ਹੈ ਕਿ ਸਟ੍ਰੈਟੇਜਿਕਲੀ ਅਗਰ ਦੇਖਿਆ ਜਾਏ ਤਾਂ ਅਫਗਾਨਿਸਤਾਨ ਦੀ ਸੂਰਤ ਹਾਲ ਤੇ ਬੜਾ ਗਹਿਰਾ ਜਿਹੜਾ ਤਾਲੁਕ ਹੈ। ਔਰ ਉੱਥੇ ਜੋ ਕੁਝ ਵੀ ਹੋ ਰਿਹਾ, ਖੁਦਾ ਨਾ ਖਾਸਾ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਇਨਸਾਨੀ ਅਲਮੀਆ ਉੱਥੇ ਕੋਈ ਜਨਮ ਲੈ ਸਕਦਾ ਹੈ। ਤੇ ਉਸ ਸੂਰਤ ਹਾਲ 'ਚ ਸਾਰੇ ਸਟ੍ਰੈਟੇਜਿਕ ਤਰੀਕੇ ਦੇ ਨਾਲ ਮਿਲ ਕੇ ਚੱਲਦੇ ਨੇ ਸਾਰੇ ਅਦਾਰੇ।
ਤੇ ਫਿਰ ਉਹ ਉਸ ਮੁਲਾਕਾਤ ਨੂੰ ਵੀ ਤੁਸੀਂ ਉਸ ਤਨਾਜ਼ਰ ਵਿੱਚ ਦੇਖੋ। ਤੇ ਦੂਜੀ ਗੱਲ ਇਹ ਵੇ ਕਿ ਇਹ ਨਾਰਮਲ ਰੂਟੀਨ ਦੀ ਗੱਲ ਹੈ ਕਿ ਇੱਕ ਜਿਹੜੇ ਅਦਾਰੇ ਦੇ ਸਰਬਰਾਹ ਨੇ ਉਹ ਚਲੇ ਗਏ ਨੇ ਤੇ ਦੂਜੇ ਸਰਬਰਾਹ ਜਿਹੜੇ ਆ ਉਹਨਾਂ ਨੇ ਆ ਕੇ ਚਾਰਜ ਸੰਭਾਲ ਲਿਆ। ਤੁਸੀਂ ਉਸ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ ਹਮੇਸ਼ਾ। ਇਸ ਅਦਾਰੇ ਨੂੰ ਜੇ ਅਗਰ ਤੁਸੀਂ ਸੋਚਣਾ ਸਮਝਣਾ ਚਾਹੁੰਦੇ ਹੋ ਤੇ ਇਹ ਸਾਡੇ ਅੱਖ ਨੇ, ਇਹ ਸਾਡੇ ਕੰਨ ਨੇ, ਇਹ ਸਾਡਾ ਰੂਹ ਹੈ ਤੇ ਇਹ ਸਾਡੀ ਰੀੜ੍ਹ ਦੀ ਹੱਡੀ ਹੈ। ਇਸ ਦੇ ਵਿੱਚ ਤੁਸੀਂ ਉਸ ਦੌਰ ਦੀ ਗੱਲ ਜ਼ਿਹਨ 'ਚ ਰੱਖੋ ਜਦੋਂ ਇਹਨਾਂ ਨੂੰ ਇੱਕ ਥੋੜ੍ਹਾ ਜਿਹਾ ਕਿਰਦਾਰ ਪੋਲੀਟੀਕਲ ਦਿੱਤਾ ਗਿਆ। ਉਹ ਕਿਹਨੇ ਦਿੱਤਾ? ਉਹ ਜ਼ਾਹਿਰ ਵਕਤ ਦੇ ਵਜ਼ੀਰ ਆਜ਼ਮ ਨੇ ਦਿੱਤਾ। ਉਹ ਰੂਲਸ ਕਿਹਨਾਂ ਫਰੇਮ ਕੀਤੇ? ਉਹ ਸਿਆਸਤਦਾਨਾਂ ਕੀਤੇ। ਔਰ ਫਿਰ ਜਦੋਂ ਉਹਨਾਂ ਦੇ ਜੌਬ ਦੇ ਵਿੱਚ ਇਹ ਚੀਜ਼ ਆ ਗਈ ਤਾਂ ਉਹ ਕੀ ਕਰਨ? ਉੱਥੇ ਮੈਨੀਪੂਲੇਸ਼ਨ ਹੁੰਦੀ ਸੀ ਔਰ ਇਸ ਤਰੀਕੇ ਦੇ ਨਾਲ ਚੀਜ਼ਾਂ ਚੱਲਦੀਆਂ ਰਹੀਆਂ। ਤੁਹਾਡੇ ਸਾਹਮਣੇ ਅਸਗਰ ਖਾਨ ਕੇਸ ਹੈ, ਤੁਹਾਡੇ ਸਾਹਮਣੇ ਹੋਰ ਬਹੁਤ ਸਾਰੇ ਕੇਸ ਨੇ, ਮੌਲਵੀ ਤਮੀਜ਼ੁੱਦੀਨ ਦੇ ਕੇਸ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਤੁਸੀਂ IGI ਦਾ, ਉਹੀ ਮੈਂ ਅਸਗਰ ਖਾਨ ਕੇਸ ਦੀ ਗੱਲ ਕੀਤੀ ਹੈ, ਹੋਰ ਬਹੁਤ ਕੁਛ ਹੈ। IGI ਬਣੀ ਹੈ, ਉਸ ਤੋਂ ਇਲਾਵਾ ਵੀ ਤੁਹਾਨੂੰ ਪਤਾ ਕਿ ਅਮੀਰ ਗੁਲ ਸਾਹਿਬ ਕਲੇਮ ਕਰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਨੇ। ਉਹਨਾਂ ਸਾਰੀਆਂ ਚੀਜ਼ਾਂ ਦੇ ਤਨਾਜ਼ਰ 'ਚ ਜੇ ਅਗਰ ਇਹਨਾਂ ਦਾ ਪਿਓਰਲੀ ਪੋਲੀਟੀਕਲ ਅਗਰ ਕਿਰਦਾਰ ਨਹੀਂ ਹੈਗਾ ਤੇ ਥੋੜ੍ਹਾ ਬਹੁਤ ਜ਼ਾਹਿਰ ਹੈ ਉਹ ਕਿਸ ਵਜ੍ਹਾ ਤੋਂ ਹੈ? ਉਹ ਸਿਆਸਤਦਾਨਾਂ ਦੀ ਵਜ੍ਹਾ ਤੋਂ ਹੈ। ਇਹ ਅਗਰ ਉਸ ਜਿਹੜੇ ਰੂਲਸ ਨੇ ਉਹਨਾਂ ਨੂੰ ਇਹ ਫਰੇਜ਼ ਕਰ ਲੈਣ, ਦੁਬਾਰਾ ਉਹਨਾਂ ਨੂੰ ਤਬਦੀਲ ਕਰ ਲੈਣ, ਪੋਲੀਟੀਕਲ ਕਿਰਦਾਰ ਖ਼ਤਮ ਕਰ ਦੇਣ ਅਦਾਰੇ ਦਾ ਤੇ ਆਪਣਾ ਜਿਹੜਾ ਸਿਵਲ ਅਦਾਰਾ ਇਹਨਾਂ ਦਾ ਉਹਦੇ ਨਾਲ ਚਲਾਉਣ ਨਿਜ਼ਾਮ ਨੂੰ, ਤੇ ਉਹ ਆਪਣਾ ਕੰਮ, ਤੁਹਾਨੂੰ ਪਤਾ, ਤੁਸੀਂ ਇੱਕ ਗੱਲ ਤੇ ਮੈਂ ਤੁਹਾਨੂੰ ਕਹਾਂਗਾ ਕਿ ਦੁਨੀਆ 'ਚ ਇਸ ਤੋਂ ਚੰਗੀ ਏਜੰਸੀ ਕੋਈ ਨਹੀਂ ਜੀ। ਬਿਲਕੁਲ, ਭਾਵੇਂ CIA ਹੋਵੇ, ਭਾਵੇਂ ਪੈਂਟਾਗਨ ਹੋਵੇ ਜਾਂ ਉਹਨਾਂ ਦੀਆਂ ਹੋਰ ਵੱਡੀਆਂ ਏਜੰਸੀਆਂ ਹੋਣ, ਰਾਹ ਮੋਸਾਦ, ਸਭ ਬਾਕੀ ਤਾਂ ਤੁਸੀਂ ਛੱਡ ਦਿਓ ਨਾ। ਦੁਨੀਆ ਦਾ ਸਭ ਤੋਂ ਜ਼ਿਆਦਾ ਤੇ ਸਭ ਤੋਂ ਵੱਡਾ ਕੰਮ ਜਿਹੜਾ ਉਹ ਅਮਰੀਕਾ 'ਚ ਹੈ ਔਰ ਇੰਟੈਲੀਜੈਂਸ ਨੈਟਵਰਕ ਉਹਨਾਂ ਦਾ। ਲੇਕਿਨ ਅਲਹਮਦੁਲਿਲਾ ਤੁਸੀਂ ਇਹ ਦੇਖੋ ਕਿ ਜਿੰਨੀ ਤੁਹਾਡੀ ਅਫਗਾਨਿਸਤਾਨ ਦੀ ਜੰਗ ਲੱਗੀ ਰਹੀ ਹੈ, ਤੁਹਾਡੀ ਇੰਟੈਲੀਜੈਂਸ ਦੇ ਉੱਤੇ ਉਹ ਰਿਲਾਈ ਕਰਦਾ ਰਿਹਾ। ਇੱਥੋਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਜਵਾਨ ਜਿਹੜੇ ਨੇ ਉਹ ਕਿਸ ਲੈਵਲ ਦਾ ਕੰਮ ਕਰਦੇ ਆ। ਤੇ ਉਹਨਾਂ ਕੋਲੋਂ ਇਹ ਨਹੀਂ ਕਿ ਉਹ ਅਗਰ ਉਹਨਾਂ ਨੂੰ ਕਿਸੇ ਨੇ ਛੋਟਾ ਮੋਟਾ ਪੋਲੀਟੀਕਲ ਕਿਰਦਾਰ ਦਿੱਤਾ ਤੇ ਉਹ ਬਾਕੀ ਚੀਜ਼ਾਂ ਨੂੰ ਭੁੱਲ ਗਏ ਨੇ। ਉਹ ਇੱਕ ਐਵੇਂ ਇਤਨਾ ਜਿਹਾ ਉਹਨਾਂ ਦਾ ਇੱਕ ਵਿੰਗ ਹੈ ਛੋਟਾ ਜਿਹਾ ਜਿਹੜਾ ਕੰਮ ਉਸ ਲੈਵਲ ਤੇ ਕਰਦਾ। ਬਾਕੀ ਤੇ ਸਾਰਾ ਕੰਮ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਅੱਖ, ਪਾਕਿਸਤਾਨ ਦੇ ਕੰਨ ਕੌਣ ਨੇ? ਇਹੀ ਲੋਕ ਨੇ ਔਰ ਇਹਨਾਂ ਦੀ ਵਜ੍ਹਾ ਨਾਲ ਹੀ ਅਸੀਂ ਸਰਵਾਈਵ ਕਰ ਰਹੇ ਹਾਂ। ਅਦਰਵਾਈਜ਼ ਇਹ ਐਡਾ ਸੱਪ ਮੁਲਕ ਜਿਹੜਾ ਭਾਰਤ ਵਰਗਾ, ਇਹ ਸਾਡੇ ਇੱਕ ਸਾਈਡ ਤੇ ਬੈਠਾ ਹੈ ਔਰ ਅਸੀਂ ਅਫਗਾਨਿਸਤਾਨ 'ਚ 40 ਸਾਲ ਹੋ ਗਏ ਲੜਦੇ ਇਹਨੂੰ ਤੇ ਸਾਰੀ ਸੂਰਤ ਹਾਲ ਤੁਹਾਡੇ ਸਾਹਮਣੇ। ਬਾਕੀ ਪੂਰੀ ਦੁਨੀਆ 'ਚ ਕਿਸ ਕਿਸਮ ਦੀ ਮੁਖਾਲਫਤ ਪਾਕਿਸਤਾਨ ਦੀ ਕੀਤੀ ਜਾ ਰਹੀ ਹੈ, ਪਾਕਿਸਤਾਨ ਦੇ ਐਟਮ ਬੰਬ ਨੂੰ ਕਿਸ ਨਜ਼ਰ ਨਾਲ ਦੁਨੀਆ ਦੇਖ ਰਹੀ ਹੈ, ਉਸ ਦੇ ਬਾਵਜੂਦ ਤੁਸੀਂ ਇਹ ਦੇਖੋ ਅਲਹਮਦੁਲਿਲਾ ਪਾਕਿਸਤਾਨ ਅੱਗੇ ਨਾਲੋਂ ਪ੍ਰੋਸਪਰ ਹੋ ਰਿਹਾ, ਪਾਕਿਸਤਾਨ ਤਰੱਕੀ ਕਰ ਰਿਹਾ, ਪਾਕਿਸਤਾਨ ਦੇ ਅਵਾਮ ਦਾ ਜਿਹੜਾ ਮਿਆਰੇ ਜ਼ਿੰਦਗੀ ਹੈ ਉਹ ਬੁਲੰਦ ਹੋ ਰਿਹਾ। ਇੱਕ ਆਦਤ ਪੈ ਗਈ ਸਾਨੂੰ ਰੂ ਕਰਨ ਦੀ ਕਿ ਜੀ ਸਾਡਾ ਹੁਣ ਜਿਹੜੇ ਬੰਦਾ 1 ਲੱਖ ਰੁਪਇਆ ਕਮਾਉਂਦਾ ਸੀ, ਉਹਦੇ ਅਗਰ ਉਹਦਾ ਖਰਚਾ ਹੁਣ ਵੱਧ ਗਿਆ ਬਿਜਲੀ ਗੈਸ ਦੇ ਬਿੱਲਾਂ ਦੀ ਵਜ੍ਹਾ ਨਾਲ, ਉਹ ਕਹਿੰਦਾ ਜੀ ਮੈਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਤੇ ਇਹ ਗੱਲਾਂ ਦੇਖੋ ਕਿ ਅਸੀਂ ਲਗਜ਼ਰੀ ਲਾਈਫ ਗੁਜ਼ਾਰ ਰਹੇ ਹਾਂ। ਸਾਨੂੰ ਬੜਾ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਜਿਹਦੇ 'ਚ ਸਾਨੂੰ ਆਪਣਾ ਲਾਈਫ ਸਟਾਈਲ ਵੀ ਦੂਸਰੀ ਗੱਲ ਤਬਦੀਲ ਕਰਨਾ ਪਵੇਗਾ। ਸਾਨੂੰ ਆਪਣੀਆਂ ਗੱਡੀਆਂ ਅਸੀਂ ਸਾਰੀਆਂ ਜਾਪਾਨ ਸੰਭਲ ਗੱਡੀਆਂ ਸਾਰੀ ਜਾਪਾਨ ਦੀ, ਮੈਨੂੰ ਦੱਸੋ ਕਿਹੜਾ ਇੱਥੇ ਇੱਕ ਮੈਨੂੰ ਪਲਾਂਟ ਦੱਸ ਦਿਓ ਜਿਹੜਾ ਪਾਕਿਸਤਾਨੀ ਪਲਾਂਟ ਹੋਵੇ ਤੇ ਗੱਡੀਆਂ ਪੈਦਾ ਕਰਦਾ ਹੋਵੇ। ਕੋਈ ਕਿਸੇ ਨਾ ਕਿਸੇ ਨੇ ਸਪੇਅਰ ਪਾਰਟ ਕੋਈ ਕੋਰੀਆ ਤੋਂ ਮੰਗਾ ਰਿਹਾ, ਕੋਈ ਜਾਪਾਨ ਤੋਂ ਮੰਗਾ ਰਿਹਾ, ਕੋਈ ਅਸੈਂਬਲੀ ਉੱਥੋਂ ਮੰਗਾ ਰਿਹਾ, ਕੋਈ ਬਸ ਇੱਥੇ ਛੋਟੇ ਮੋਟੇ ਪਾਰਟ ਬਣਦੇ ਨੇ। ਇਹ ਸਾਰਾ ਪੈਸਾ ਤਾਂ ਲੈ ਜਾਂਦੇ ਨੇ ਇਹ ਗੱਡੀਆਂ ਵਾਲੇ ਤੇ ਤੁਸੀਂ ਜਨਾਬ ਪਿੱਛੇ ਰੋਂਦੇ ਹੋ ਕਿ ਸਾਡੇ ਕੋਲ ਸ਼ਾਇਦ ਕੋਈ ਨਹੀਂ। ਆਪਣੀਆਂ ਗੱਡੀਆਂ ਤੇ ਨਿਸਾਰ ਕਰੋ। ਅਸੀਂ 17 ਸਾਲਾਂ 'ਚ ਕਿਸੇ ਨੇ ਇਹਨਾਂ ਸਿਆਸਤਦਾਨਾਂ ਨੂੰ ਜਾਂ ਹੁਕਮਰਾਨਾਂ ਨੂੰ ਗਿਰਬਾਨ 'ਚ ਹੱਥ ਪਾ ਕੇ ਪੁੱਛਿਆ ਕਿ ਤੁਸੀਂ ਕੋਈ ਆਪਣੀ ਗੱਡੀ ਨਹੀਂ ਇੱਥੇ ਬਣਾ ਸਕਦੇ ਸੀ? ਇੱਕ ਗੱਡੀ ਬਣਾ ਸਕਦੇ ਸੀ। ਜਾਂ ਇਹ ਜਿਹੜੀਆਂ ਗੱਡੀਆਂ ਬਾਹਰੋਂ ਆ ਰਹੀਆਂ ਤੇ ਡਾਲਰ ਅਸੀਂ ਭੇਜਨੇ ਆ, ਬਿਲਕੁਲ ਡਾਲਰ ਬਾਹਰ ਭੇਜਨੇ ਆ ਤੇ ਰੁਪਈਆ ਜਿਹੜਾ ਇੱਥੇ ਰੁਪਈਏ 'ਚ ਵਸੂਲ ਕਰਨੇ ਆ। ਰੁਪਈਆਂ ਦਾ ਢੇਰ ਲੱਗਿਆ ਤੇ ਡਾਲਰ ਬਾਹਰ ਜਾਂਦੇ ਨੇ ਸਾਰੇ ਤੇ ਸਾਡੇ ਕੋਲ ਤਾਂ ਡਾਲਰ ਤਾਂ ਹੀ ਤੇ ਮੁੱਕ ਜਾਂਦੇ ਨੇ, ਘਟ ਜਾਂਦੇ ਨੇ। ਤੇ ਇਸ ਕਰਕੇ ਸਾਡਾ ਸਭ ਤੋਂ ਜ਼ਿਆਦਾ ਲੋਕ ਜਿਹੜੇ ਚੰਗੇ ਆ ਸਾਡੇ ਵਿਚਾਰੇ ਪਾਕਿਸਤਾਨੀ ਜਿਹੜੇ ਬਾਹਰ ਗਏ ਨੇ ਉਹ ਉੱਥੋਂ ਪੈਸਾ ਭੇਜਦੇ ਆ। 20-25 ਅਰਬ ਡਾਲਰ ਉਹ ਭੇਜਦੇ ਆ, 20-25-30 ਅਰਬ ਡਾਲਰ ਸਾਡੀ ਐਕਸਪੋਰਟ ਹੋ ਜਾਂਦੀ ਹੈ ਤੇ 50-60 ਅਰਬ ਨਾਲ ਅਸੀਂ ਮੁਲਕ ਚਲਾਉਂਦੇ ਪਏ ਹਾਂ। ਤੇ ਆ ਜਿਹੜੇ ਕਾਰਾਂ ਵਾਲੇ ਆ, ਤੁਸੀਂ ਹੁਣ ਤੱਕ ਜਿੰਨੀਆਂ ਕਾਰਾਂ ਸਾਰੀਆਂ ਦਾ ਰਿਕਾਰਡ ਕੱਢ ਲਓ ਤੁਸੀਂ, ਔਰ 1-2 ਦਿਨ 'ਚ ਰਿਕਾਰਡ ਨਿਕਲ ਆਏਗਾ ਤਮਾਮ ਐਕਸਾਈਜ਼ ਦੇ ਦਫ਼ਤਰਾਂ 'ਚੋਂ ਕਿ ਹੁਣ ਤੱਕ ਗੱਡੀ ਕਿੰਨੀ ਰਜਿਸਟਰ ਹੋਈ ਹੈ।
ਤੁਸੀਂ ਉਹਦੇ ਪੈਸਿਆਂ ਨਾਲ ਜ਼ਰਬ ਦਿਓ, ਤੁਹਾਨੂੰ ਪਤਾ ਲੱਗੇ ਕਿ ਪਾਕਿਸਤਾਨ ਹਾਂ, ਚੋਂ ਡਾਲਰ ਹੁੰਦਾ ਕੀ ਹੈ ਪਿਆ। ਡਾਲਰ ਕਿਹੜੇ ਮੁਲਕ ਗਿਆ ਹੈ। ਤੁਹਾਨੂੰ ਇਹ ਪਤਾ ਲੱਗੇ ਕਿ ਡਾਲਰ ਗਿਆ ਕਿਹੜੇ ਮੁਲਕ ਹੈ। ਇਹ ਜਿਹੜੇ ਹਾਲਾਤ ਹੋਏ ਨੇ ਇਹ ਕਿਵੇਂ ਹੋਏ ਨੇ। ਸਟ੍ਰੈਟੇਜਿਕਲੀ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਪਾਕਿਸਤਾਨ ਦੇ ਕੱਪੜੇ ਪਾਉਣ ਦੀ ਜ਼ਰੂਰਤ ਹੈ, ਪਾਕਿਸਤਾਨ ਦੀਆਂ ਜੁੱਤੀਆਂ ਪਾਉਣ ਦੀ ਲੋੜ ਹੈ, ਪਾਕਿਸਤਾਨ 'ਚ ਬਣਨ ਵਾਲਾ ਦੁੱਧ ਪੀਣ ਦੀ ਜ਼ਰੂਰਤ ਹੈ, ਪਾਕਿਸਤਾਨ ਦੇ ਜੋ ਕੋਈ ਵੀ ਸਾਡੀ ਲੋਕਲ ਚੀਜ਼ ਹੈ ਉਹਨਾਂ ਚੀਜ਼ਾਂ ਨੂੰ ਖਾਣ ਪੀਣ ਦੀ ਤੇ ਉਹਨਾਂ ਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਇੱਥੇ ਤੇ ਪੈਂਪਰ ਲੋਕ ਬਾਹਰੋਂ ਮੰਗਾਉਂਦੇ ਹੈ, ਇੱਥੇ ਬੱਚਿਆਂ ਦੇ ਫੀਡਰ ਬਾਹਰੋਂ ਆਉਂਦੇ ਤੇ ਤੁਸੀਂ ਫਿਰ ਕਹਿੰਦੇ ਹੋ ਕਿ ਜੀ ਮੁਲਕ ਗਰੀਬ ਹੋ ਗਿਆ। ਸਾਬਣ ਸੂਬਣ ਜੇ ਉਹ ਸਭ ਬਾਹਰੋਂ। ਜੀ ਅਸੀਂ ਹੁਣ ਆਖਰ ਤੇ ਇੱਕ ਹੋਰ ਚੁਭਦਾ ਜਿਹਾ ਸਵਾਲ ਮੈਂ ਤੁਹਾਡੇ ਨਾਲ ਕਰਨਾ ਹੈ, ਔਰ ਤੁਹਾਡੇ ਕੋਲ ਇਸ ਲਈ ਕਰਨਾ ਹੈ ਕਿ ਇਸ ਵੇਲੇ ਮਾਹਿਰੀਨ ਜਿਹੜੇ ਨੇ ਔਰ ਜਿਹੜੇ ਨਿਗਾਹ ਰੱਖਦੇ ਨੇ ਪਏ ਉਹ ਆਖਦੇ ਨੇ ਜੀ ਇਹ ਸਾਰੇ ਖਿੱਤੇ ਨੂੰ ਮਜ਼ਹਬੀ ਰਿਆਸਤਾਂ ਬਣਾਉਣ ਦਾ, ਮਸਲਕੀ ਰਿਆਸਤਾਂ ਬਣਾਉਣ ਦਾ, ਇੱਕ ਪਾਸੇ ਹਿੰਦੂ ਰਿਆਸਤ ਹੈ, ਇੱਕ ਪਾਸੇ ਅਸਨਾ ਅਸ਼ਰੀ ਰਿਆਸਤ ਹੈ, ਦੂਜੇ ਪਾਸੇ ਦਿਓਬੰਦੀ ਰਿਆਸਤ ਬਣਾ ਦਿੱਤੀ ਗਈ ਹੈ, ਔਰ ਪਾਕਿਸਤਾਨ 'ਚ ਸੁੰਨੀ ਰਿਆਸਤ ਬਣਾਉਣ ਦੀ ਬਾਕਾਇਦਾ ਸਾਜ਼ਿਸ਼ ਹੋ ਰਹੀ ਹੈ, ਔਰ ਸੁੰਨੀ ਰਿਆਸਤ ਹੈ ਸਰਮਾਇਆਕਾਰੀ ਸਲਫੀ ਸਊਦੀ ਕਰ ਰਹੇ ਨੇ। ਇਹ ਇਸ਼ਤਬਾਹ ਹੈ ਜਾਂ ਕੋਈ ਹੈ ਗੱਲ? ਔਰ ਫਿਰ ਇਹਨਾਂ ਕਾਊਂਟਰ ਕਰਨ ਵਾਸਤੇ ਰੂਸ ਔਰ ਚੀਨ ਨੂੰ ਦੀਨੇ ਇਬਰਾਹੀਮੀ ਦੀ ਗੱਲ ਵੀ ਸ਼ੁਰੂ ਹੋ ਗਈ ਹੈ, ਔਰ ਇੰਟਰਨੈਸ਼ਨਲ ਮਿਸਰ 'ਚ ਔਰ ਫਤਵੇ ਔਰ ਸਾਰਾ ਸਿਲਸਿਲਾ ਚੱਲ ਰਿਹਾ ਜੀ। ਦੀਨੇ ਇਬਰਾਹੀਮੀ ਉਹ ਕਹਿੰਦੇ ਜੀ ਇਹ ਜਿਹੜਾ ਅਹਿਲੇ ਕਿਤਾਬ ਨੇ ਸਾਰੇ ਦੇ ਸਾਰੇ ਉਹ ਇਬਰਾਹੀਮੀ ਦੀਨ ਦੇ ਨਾਲ ਹਨ, ਉਹ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ, ਕਮਿਊਨਿਸਟਾਂ ਦੇ ਖਿਲਾਫ ਚੀਨ ਔਰ ਰੂਸ ਨੂੰ ਕਾਊਂਟਰ ਕਰਨ ਵਾਸਤੇ ਉਹ ਇਕੱਠੇ ਹੋ ਜਾਣ। ਇਹ ਸਾਰੀਆਂ ਗੱਲਾਂ ਕੀ ਨੇ? ਦੇਖੋ ਇਹ ਕੋਈ ਸੋਚਣ ਦੇ ਉੱਤੇ ਤੇ ਕਿਸੇ ਤੇ ਪਾਬੰਦੀ ਨਹੀਂ ਲਾਈ ਜਾ ਸਕਦੀ, ਕੋਈ ਜਿਵੇਂ ਵੀ ਸੋਚੇ ਜੀ। ਤੁਸੀਂ ਇਹ ਪਹਿਲੇ ਦਿਨ ਦੇਖੋ ਕਿ ਮੁਲਕ ਬਣਿਆ ਕਿਵੇਂ ਸੀ। ਇਹ ਮੁਲਕ ਨਜ਼ਰੀਆ ਪਾਕਿਸਤਾਨ ਤੇ ਬਣਿਆ, ਔਰ ਨਜ਼ਰੀਆ ਪਾਕਿਸਤਾਨ ਕੀ ਸੀ? ਦੋ ਕੌਮੀ ਨਜ਼ਰੀਆ ਸੀ। ਦੋ ਕੌਮੀ ਨਜ਼ਰੀਆ ਕੀ ਸੀ? ਇੱਕ ਪਾਸੇ ਹਿੰਦੂ ਤੇ ਇੱਕ ਪਾਸੇ ਮੁਸਲਮਾਨ। ਹੁਣ ਅੱਗੇ ਮੁਸਲਮਾਨਾਂ ਦੇ ਕਿਹੜੇ ਫਿਰਕੇ ਨੇ ਉਹਨਾਂ ਨੂੰ ਤੁਸੀਂ ਇਹ ਦੇਖੋ ਕਿ ਗੁਜ਼ਿਸ਼ਤਾ 30 ਸਾਲਾਂ ਤੋਂ 40 ਸਾਲਾਂ ਤੋਂ ਕਿਹੜੇ ਲੋਕ ਸੀ ਜਿਹੜੇ ਸਾਡੀ ਰਿਆਸਤ ਨੇ ਮੁਜਾਹਿਦੀਨ ਜਿਹੜੇ ਦੇ ਤੌਰ ਤੇ ਉਹ ਗਏ ਮੁਖਤਲਿਫ, ਤੁਹਾਨੂੰ ਪਤਾ ਕਿ ਉਹਨਾਂ ਨੇ ਲੜਾਈਆਂ ਲੜੀਆਂ। ਫਿਰ ਉਹ ਵਕਤ ਆਇਆ ਕਿ 9/11 ਤੋਂ ਬਾਅਦ ਉਹ ਦਹਿਸ਼ਤਗਰਦ ਹੋ ਗਏ ਤੇ ਇਹ ਪਹਿਲਾਂ ਮੁਜਾਹਿਦ ਸਨ, ਪਹਿਲੇ ਉਹ ਮੁਜਾਹਿਦ ਸਨ। ਫਿਰ ਹੁਣ ਸਾਰੀ ਸੂਰਤ ਹਾਲ ਤੁਸੀਂ ਮੱਦੇਨਜ਼ਰ ਰੱਖੋ ਤੇ ਅਸੀਂ ਕੋਈ ਐਸੀ ਜਿਹੜੀ ਨਾ ਉਹ ਮੁਸਲਮਾਨ ਰਿਆਸਤ ਅਸੀਂ ਹੈਗੇ ਹਾਂ ਤੇ ਅਸੀਂ ਕੋਈ ਐਸੀ ਕੋਈ ਸੁੰਨੀ ਰਿਆਸਤ ਨਹੀਂ ਬਣ ਰਹੀ, ਉਹ ਹੋਰ ਕੋਈ ਰਿਆਸਤ ਨਹੀਂ ਬਣਨੇ ਜਾਂਦੇ ਪਏ, ਨਾ ਹੀ ਐਸੀ ਕੋਈ ਗੱਲ ਹੈ। ਤੇ ਲੇਕਿਨ ਇਹ ਹੈ ਕਿ ਗੱਲਾਂ ਕਰਨ ਵਾਲੇ ਦੀ ਜ਼ਬਾਨਾਂ ਜਾਂ ਸੋਚ ਕਿਸੇ ਦੀ ਨਹੀਂ ਫੜੀ ਜਾ ਸਕਦੀ। ਉਹ ਲੋਕ ਇਹਨੂੰ ਬੜਾ ਰੰਗ ਦਿੰਦੇ ਨੇ ਕਿ ਕੋਈ ਸ਼ਾਇਦ ਇੱਥੇ ਇਸ ਕਿਸਮ ਦੀ ਰਿਆਸਤ ਵਜੂਦ 'ਚ ਆ ਰਹੀ। ਰਿਆਸਤ ਵਜੂਦ 'ਚ ਆ ਗਈ ਸਹੀ, ਰਿਆਸਤ ਮੌਜੂਦ ਹੈ ਔਰ ਰਹੇਗੀ। ਔਰ ਦੂਸਰੀ ਗੱਲ ਇਹ ਹੈ ਕਿ ਬੜੇ ਤੁਹਾਨੂੰ ਪਤਾ ਕਿ ਦੁਨੀਆ ਦੀਆਂ ਨਜ਼ਰਾਂ ਨੇ ਸਾਡੇ 'ਤੇ। ਇੱਕ ਪਾਸੇ ਅਗਰ ਤੁਸੀਂ ਗੌਰ ਨਾਲ ਨਜ਼ਰ ਮਾਰੋ, ਕਦੀ ਫੈਟਫ ਸਾਡੇ ਉੱਤੇ ਖੜਾ ਹੈ, ਕਦੀ IMF ਖੜਾ ਹੈ, ਕਦੀ ਵਰਲਡ ਬੈਂਕ ਖੜਾ ਹੈ, ਕਦੀ ਏਸ਼ੀਅਨ ਡਿਵੈਲਪਮੈਂਟ ਬੈਂਕ ਖੜਾ, ਕਦੀ ਪੈਰਿਸ ਕਲੱਬ ਹੈ। ਇਹ ਸਾਰੇ ਜਿਹੜੇ ਜਿਨ੍ਹਾਂ ਕੋਲ ਅਸੀਂ ਡੋਨਰ ਸਾਡੇ ਹੈ ਨੇ, ਜਿਨ੍ਹਾਂ ਕੋਲ ਅਸੀਂ ਪੈਸੇ ਲੈਂਦੇ ਹਾਂ, ਉਹ ਤੁਹਾਨੂੰ ਪਤਾ ਕੋਈ ਸਿਸਟਮ ਦੇ ਵਿੱਚ ਕੋਈ ਐਸੀ ਤਬਦੀਲੀ ਕਰ ਸਕਦਾ? ਕੋਈ ਬਹੁਤ ਮੁਸ਼ਕਿਲ ਗੱਲ ਹੈ। ਉਹ ਦੂਜੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਅਵਾਮ ਉਹ ਲਿਬਰਲ ਨੇ। ਤੁਹਾਨੂੰ ਪਤਾ ਹੈ ਕਿ ਇੱਥੇ ਸੁਰਖ ਦੀ ਗੱਲ ਵੀ ਹੁੰਦੀ ਰਹੀ ਹੈ, ਉਹ ਹੁਣ ਵੀ ਹੁੰਦੀ ਹੈ, ਸਬਜ਼ ਦੀ ਵੀ ਗੱਲ ਹੁੰਦੀ ਹੈ। ਤੇ ਇਹ ਸਾਰਾ ਇਹਨਾਂ ਦਾ ਸਾਰਿਆਂ ਦਾ ਮਜਮੂਆ ਜਿਹੜਾ ਨਾ ਉਹਦਾ ਨਾਮ ਪਾਕਿਸਤਾਨ ਹੈ। ਅਕਲੀਅਤਾਂ ਵੀ ਮੌਜੂਦ ਨੇ ਤੇ ਅਕਲੀਅਤਾਂ ਦੇ ਨਾਲ ਅੱਛਾ ਸਲੂਕ ਵੀ ਇੱਥੇ ਹੋ ਰਿਹਾ। ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਇੱਕ ਸੈਕਟ ਦਾ ਜਾਂ ਇੱਕ ਕਿਸੇ ਉਸ ਦਾ, ਕਿਉਂਕਿ ਇਹ ਉਸ ਨਿਜ਼ਾਮ ਦੇ ਉੱਤੇ ਨਹੀਂ ਬਣਿਆ ਮੁਲਕ, ਇਹ ਮੁਸਲਮਾਨਾਂ ਵਾਸਤੇ ਬਣਿਆ। ਤੇ ਮੁਸਲਮਾਨ ਸਾਰੇ ਮੌਜੂਦ ਨੇ, ਅਕਲੀਅਤਾਂ ਵੀ ਮੌਜੂਦ ਨੇ ਤੇ ਇੰਝ ਹੀ ਇੱਥੇ ਮੌਜੂਦ ਰਹਿਣਗੇ। ਇੱਥੇ ਕੋਈ ਇਹ ਨਹੀਂ ਕਿ ਕਿਸੇ ਨੂੰ ਇੱਥੇ ਦੇਸ਼ ਨਿਕਾਲਾ ਹੋ ਜਾਏਗਾ ਕਿ ਤੂੰ ਨਿਕਲ ਜਾ ਇੱਥੋਂ ਤੇਰਾ ਨਹੀਂ ਹੈ ਤੇ ਤੂੰ ਨਿਕਲ ਜਾ ਤੇਰਾ ਨਹੀਂ। ਇਹ ਸਾਰਿਆਂ ਦਾ ਮੁਲਕ ਹੈ ਔਰ ਇਨਸ਼ਾਅੱਲਾ ਇਹ ਜਿੰਦਾ ਵਸਦਾ ਰਹੇਗਾ, ਸ਼ਾਦਾਬਾਦ ਰਹੇਗਾ। ਇਹ ਛੋਟੇ ਛੋਟੇ ਮਸਲੇ ਮਸਾਇਲ ਚੱਲਦੇ ਰਹਿੰਦੇ ਨੇ, ਕੌਮਾਂ ਇੰਝ ਹੀ ਬਣਦੀਆਂ ਆਸਤਾ ਆਸਤਾ ਬੰਦੇ। ਤੁਸੀਂ ਇਹ ਦੇਖੋ ਕਿ 70 ਸਾਲਾਂ ਦੇ ਵਿੱਚ ਦਿਓਬੰਦੀ ਰਿਆਸਤ ਨਹੀਂ ਬਣ ਗਈ ਅਫਗਾਨਿਸਤਾਨ 'ਚ। ਉੱਥੇ ਤੁਸੀਂ ਇਹ ਦੇਖੋ ਕਿ ਜਿਹੜਾ ਮਰਮਾਂ ਦੇ ਜਲੂਸ ਸਨ, ਜਦੋਂ ਉਸ ਟਾਈਮ ਦੇ ਉੱਤੇ ਬਣੀ ਹੈ ਰਿਆਸਤ ਤੇ ਈਦ ਮਿਲਾਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਜਲੂਸ ਨਿਕਲੇ ਨੇ। ਉੱਥੇ ਮਰਮਾਂ ਦੇ ਜਿਹੜੇ ਜਲੂਸ ਆ ਉਹ ਨਿਕਲੇ ਹੈ। ਉੱਥੇ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਤਾਂ ਹੁਣ ਉਹ ਗੱਲ ਨਹੀਂ ਹੈ ਜੀ। ਉਹ ਤੁਸੀਂ ਜਿਸ ਅੰਦਾਜ਼ ਦੇ ਵਿੱਚ ਕੋਈ ਬੰਦਾ ਸੋਚਦਾ ਹੈ ਉਹ ਚੀਜ਼ ਨਹੀਂ ਤੁਹਾਨੂੰ ਨਜ਼ਰ ਆਏਗੀ। ਅੱਗੇ ਉਹਨਾਂ ਦੇ ਵਿੱਚ ਦੇਖੋ ਇੱਕ ਕੱਟਰਪਨ ਹੈ ਸੀ। ਉਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਅੱਜ ਉਹ 20 ਸਾਲਾਂ ਬਾਅਦ ਜਿਹੜੇ ਆਏ ਨੇ ਉਹਨਾਂ ਨੂੰ ਤੁਸੀਂ ਦੇਖੋ ਕਿ ਉੱਥੋਂ ਤਰਬੀਅਤ ਯਾਫਤਾ ਨੇ, ਉਹ ਗੱਲ ਵੀ ਕਰਦੇ ਨੇ, ਬਦਲੇ ਤਾਲਿਬਾਨ ਉਹ ਇਹ ਤੁਹਾਨੂੰ ਨਜ਼ਰ ਆਉਂਦਾ ਪਿਆ ਕਿ ਉਹ ਸਾਰੇ ਸੈਕਟ ਨੂੰ ਕਬੂਲ ਕਰਨ ਵਾਸਤੇ ਤਿਆਰ ਨੇ
ਉੱਥੇ ਈਦ ਮਿਲਾਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਵੀ ਮਨਾਇਆ ਗਿਆ। ਉੱਥੇ ਮੁਹਰਮ ਦੀ ਆ, ਤੁਹਾਨੂੰ ਪਤਾ ਕਿ ਤੁਸੀਂ ਉਹ ਜੀ। ਝੰਡੇ ਦੇਖੇ ਹੋਣੇ, ਬਿਲਕੁਲ ਹੈ ਸੀ। ਜਿੱਥੇ ਹਜ਼ਰਤ ਗਾਜ਼ੀ ਅਬਾਸ ਲਿਖਿਆ ਸੀ, ਜਿਨ੍ਹਾਂ ਦੇ ਉੱਤੇ ਹਜ਼ਰਤ ਅਲੀ ਮੁਰਜ਼ਾ ਸ਼ੇਰ ਖੁਦਾ ਦਾ ਨਾਮ ਲਿਖਿਆ ਸੀ, ਔਰ ਬਾਕੀ ਤੁਹਾਨੂੰ ਸਾਰੇ ਜਲੂਸ ਉੱਥੇ ਨਜ਼ਰ ਆਉਂਦੇ ਨੇ। ਤੇ ਇਹ ਗੱਲਾਂ ਜਿਹੜੀਆਂ ਨੇ, ਇਹ ਕਹਿਣਾ ਕਿ ਇਹ ਫਲਾਂ ਤਬਕੇ ਦਾ ਹੈ, ਇਹ ਫਲਾਂ ਦਾ ਹੈ ਜਾਂ ਫਲਾਂ ਦਾ, ਇਹ ਬਿਲਕੁਲ ਇਹ ਭਾਰਤੀ ਪ੍ਰਾਪੋਗੰਡਾ ਤੇ ਹੋ ਸਕਦਾ ਹੈ, ਕਿਉਂਕਿ ਉਹ ਇਸ ਟਾਈਮ ਇਸ ਕਿਸਮ ਦੀ ਅੱਛਾ, stage ਦੇ ਭਾਰਤ ਵਿੱਚ ਤੋਂ ਗੁਜ਼ਰ ਯਾਦ ਰਹੇ ਨੇ। ਆਇਆ ਇੱਕ ਹੋਰ ਲੁੱਚ ਤਲਿਆ ਭਾਰਤ ਨੇ ਕਿ ਅਨਡੂ ਕਰੋ ਜੀ ਇਹ ਜਿਹੜੀ ਤਕਸੀਮ ਹੈ, ਇਹ ਕੀ ਹੈ ਆਖਰ ਤੇ ਗੱਲ, ਇਹ ਕੀ ਲੁੱਚ ਹੈ? ਦੇਖੋ, ਇਹ ਆਂਡੂ ਕਿੱਦਾਂ ਹੋ ਸਕਦੀ ਹੈ? ਇਹ ਮਜ਼ਹਬ ਦੇ ਨਾਮ ਤੇ ਹੋਈ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਸੈਕੂਲਰ ਕਿਹਾ ਸੀ। ਅੱਜ ਮੈਨੂੰ ਦੱਸ ਦਿਓ ਭਾਰਤ ਕਿੱਥੋਂ ਸੈਕੂਲਰ ਹੈ? ਹਿੰਦੁਸਤਾਨ ਹਿੰਦੂ ਰਿਆਸਤ ਹੈ, ਉੱਥੇ ਤੇ ਕਿਸੇ ਅਕਲੀਅਤ ਨੂੰ ਸਿੱਖ, ਪਾਰਸੀ, ਈਸਾਈ, ਮੁਸਲਮਾਨ ਤੇ ਬੁੱਧ ਮਤ, ਤੁਹਾਨੂੰ ਇਮਨ ਦਲਤ, ਕਿਸੇ ਨੂੰ ਵੀ ਦੇਖ ਲਓ ਤੁਸੀਂ, ਉਹਨਾਂ ਨੂੰ ਜ਼ਿੰਦਾ ਰਹਿਣ ਦਾ ਹੱਕ ਨਹੀਂ ਹੈ ਸਿਵਾਏ ਹਿੰਦੂਆਂ ਤੋਂ, ਉਹ ਵੀ ਬਾਹਮਣਾਂ ਨੂੰ, ਤੇ ਬਾਹਮਣਾਂ ਨੂੰ ਹੱਕ ਹੈ। ਬਾਕੀ ਸਾਰੇ ਜਿਹੜੇ ਨੇ ਉਹ ਤੀਸਰੇ ਗ੍ਰੇਡ ਦੇ, ਥਰਡ ਦਰਜੇ ਦੇ ਜਿਹੜੇ ਨੇ ਉਹ ਸਿਟੀਜ਼ਨ ਆ ਉੱਥੇ, ਉਹ ਕੀ ਕਰ ਸਕਦੇ ਆ? ਤੇ ਇਸ ਤਰੀਕੇ ਨਾਲ ਤੁਸੀਂ ਦੇਖੋ ਮੋਦੀ ਸਰਕਾਰ ਨੇ ਇਹ ਆਪਣਾ ਇੱਕ ਐਸਾ ਫਾਸ਼ਿਜ਼ਮ ਲੈ ਕੇ ਆਏ ਨੇ ਜਿਹੜਾ ਕਿ ਪੂਰੀ ਦੁਨੀਆ 'ਚ ਕਿਸੇ ਹੋਰ ਜਗ੍ਹਾ ਤੇ ਨਹੀਂ ਹੈ। ਨਵਾਂ ਹਿਟਲਰ ਜੰਮ ਲਿਆ ਸੀ ਇਸ ਖਿੱਤੇ ਦੇ ਵਿੱਚ, ਔਰ ਉਹ ਬਾਰ-ਬਾਰ ਤੁਹਾਨੂੰ ਪਤਾ ਹੈ ਕਿ ਤਮਾਮ ਇਰਦ ਗਿਰਦ ਦੀ ਰਿਆਸਤਾਂ ਨੂੰ ਉਹ ਤੰਗ ਕਰਦਾ ਹੈ। ਉਹ ਹੁਣ ਵੀ ਤੰਗ ਕਰ ਰਿਹਾ, ਪਿੱਛੇ ਵੀ ਤੰਗ ਕਰ ਰਿਹਾ ਸੀ, ਔਰ ਅੱਗੇ ਵੀ ਇਹਨਾਂ ਦਾ ਇਹੀ ਤਰੀਕਾਕਾਰ ਹੈ ਕਿ ਲੱਛਣ ਚੰਗੇ ਨਹੀਂ ਨਜ਼ਰ ਆਉਂਦੇ, ਇਹਨਾਂ ਨੂੰ ਤੰਗ ਹੀ ਕਰਦੇ ਰਹਿਣਾ। ਜੀ, ਅੱਜ ਅਸਾਂ ਗੱਲਾਂ ਕੀਤੀਆਂ, ਸੋਹਣੀਆਂ ਗੱਲਾਂ ਹੋਈਆਂ, ਔਰ ਅਸਾਂ ਸਾਰੀਆਂ ਹੀ ਗੱਲਾਂ ਕਰ ਲਈਆਂ ਨੇ। ਸਾਨੂੰ ਦਿਓ ਇਜਾਜ਼ਤ। ਮੈਂ ਸਾਂ ਤੁਹਾਡਾ ਯਾਰ ਅਹਿਮਦ ਲਤੀਫ, ਤੇ ਸਾਡੇ ਨਾਲ ਗੁਲਾਮ ਮੁਰਤਜ਼ਾ ਮੌਜੂਦ ਸਨ। ਅੱਜ ਅਸਾਂ ਦਰਦਮੰਦੀ ਨਾਲ, ਪਿਆਰ ਨਾਲ ਤੇ ਮੁਹੱਬਤ ਨਾਲ ਸਾਰੀਆਂ ਗੱਲਾਂ ਕਰ ਲਈਆਂ, ਮਿੱਠੀਆਂ ਮਿੱਠੀਆਂ ਗੱਲਾਂ ਵੀ ਕੀਤੀਆਂ ਤੇ ਥੋੜ੍ਹੀਆਂ ਥੋੜ੍ਹੀਆਂ ਖੌਰੀਆਂ ਵੀ। ਅੱਲਾ ਬੇਲੀ।